ਕਲਾਈਵ ਜਿਨ੍ਹਾਂ ਦਾ ਅਕਸ ਬਚਪਨ ਤੋਂ ਹੀ ਇੱਕ ਸ਼ਰਾਰਤੀ ਅਤੇ ਲੜਾਕੇ ਬੱਚੇ ਵਾਲਾ ਸੀ। ਨਿਮਰਤਾ, ਉਦਾਰਤਾ ਅਤੇ ਸਬਰ ਵਰਗੇ ਗੁਣਾਂ ਨਾਲ ਕਲਾਈਵ ਦਾ ਕੋਈ ਵੀ ਵਾਸਤਾ ਨਹੀਂ ਰਿਹਾ। ਬ੍ਰਿਟਿਸ਼ ਇਤਿਹਾਸਕਾਰ ਜਾਰਜ ਫੋਰੈਸਟ ਨੇ ਆਪਣੀ ਕਿਤਾਬ ਦੀ ਲਾਈਫ ਆਫ ਲਾਰਡ ਕਲਾਈਵ ਵਿੱਚ ਲਿਖਿਆ, ਕਿਸ਼ੋਰ ਅਵਸਥਾ ਤੱਕ ਪਹੁੰਚਦੇ ਕਲਾਈਵ ਇੱਕ ਕਿਸਮ ਨਾਲ ਨਾਬਾਲਗ ਅਪਰਾਧੀ ਬਣ ਗਏ ਸਨ। ਉਹ ਆਪਣੇ ਪਿੰਡ ਵਿੱਚ ਪਰੇਸ਼ਾਨ ਵਪਾਰੀਆਂ ਦੀ ਸੁਰੱਖਿਆ ਲਈ ਇੱਕ ਰੈਕਟ ਚਲਾਉਂਦੇ ਸਨ। ਜਿਹੜਾ ਵਪਾਰੀ ਉਹਨਾਂ ਦੀ ਗੱਲ ਨਹੀਂ ਮੰਨਦਾ ਸੀ, ਉਸ ਦੀ ਦੁਕਾਨ ਵਿੱਚ ਪਾਣੀ ਭਰ ਦੇਣਾ ਉਹਨਾਂ ਦਾ ਖਾਸ ਸ਼ੌਕ ਬਣ ਗਿਆ ਸੀ। 17 ਸਾਲ ਦੀ ਉਮਰ ਤੱਕ ਕਲਾਈਵ ਦੇ ਪਿਤਾ ਰਿਚਰਡ ਕਲਾਈਵ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਨੂੰ ਕਾਬੂ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਸੀ। ਖੁਸ਼ਕਿਸਮਤੀ ਨਾਲ ਉਹ ਈਸਟ ਇੰਡੀਆ ਕੰਪਨੀ ਦੇ ਇੱਕ ਡਾਇਰੈਕਟਰ ਨੂੰ ਜਾਣਦੇ ਸਨ। ਉਹਨਾਂ ਦੀ ਸਿਫਾਰਿਸ਼ ਤੇ ਰਾਬਰਟ ਪਹਿਲੀ ਵਾਰ 15 ਦਸੰਬਰ 1742 ਨੂੰ ਈਸਟ ਇੰਡੀਆ ਕੰਪਨੀ ਦੇ ਦਫ਼ਤਰ ਗਏ, ਜਿੱਥੇ ਉਹਨਾਂ ਨੂੰ ਇੱਕ ਕਲਰਕ ਵਜੋਂ ਨਿਯੁਕਤ ਕੀਤਾ ਗਿਆ। ਨਿਯੁਕਤੀ ਦੇ 3 ਮਹੀਨੇ ਬਾਅਦ ਉਹ ਇੱਕ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋ ਗਏ। ਹਾਲਾਂਕਿ ਸ਼ੁਰੂ ਤੋਂ ਹੀ ਉਹਨਾਂ ਨੂੰ ਭਾਰਤ ਨਾਪਸੰਦ ਸੀ। ਕਲਾਈਵ ਦਾ ਭਾਰਤ ਆਉਣ ਦਾ ਸਫ਼ਰ ਬਹੁਤ ਹੀ ਮੁਸ਼ਕਿਲ ਸੀ। ਰਸਤੇ ਵਿੱਚ ਉਹ ਜਹਾਜ਼ ਤੋਂ ਸਮੁੰਦਰ ਵਿੱਚ ਡਿੱਗ ਪਏ ਅਤੇ ਡੁੱਬਣ ਤੋਂ ਵਾਲ-ਵਾਲ ਬਚੇ। ਮਦਰਾਸ ਪਹੁੰਚਣ ਤੋਂ ਬਾਅਦ ਕਲਾਈਵ ਨੇ ਇਕੱਲਤਾ ਅਤੇ ਨੀਰਸ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਆਪਣੇ ਸਾਥੀਆਂ ਨਾਲ ਲੜ ਪੈਂਦੇ। ਵਿਲੀਅਮ ਡੈਰਿੰਪਲ ਆਪਣੀ ਕਿਤਾਬ ਦੀ ਅਨਾਰਕੀ ਵਿੱਚ ਲਿਖਦੇ ਹਨ, ਕਲਾਈਵ ਨੂੰ ਜਲਦੀ ਹੀ ਭਾਰਤ ਨਾਲ ਨਫ਼ਰਤ ਹੋ ਗਈ, ਜਿਸ ਨੂੰ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਨਹੀਂ ਛੱਡਿਆ। ਕਲਾਈਵ ਨੂੰ ਪਹਿਲੀ ਵਾਰ 26 ਅਗਸਤ 1751 ਨੂੰ ਪ੍ਰਸਿੱਧੀ ਮਿਲੀ, ਜਦੋਂ ਉਹਨਾਂ ਨੇ 200 ਬ੍ਰਿਟਿਸ਼ ਅਤੇ 300 ਭਾਰਤੀ ਫੌਜੀਆਂ ਨਾਲ ਮੁਲੇਤ ਆਰਮੀ ਦੇ ਵਿਚਾਲੇ ਕਰਨਾਟਕ ਦੇ ਨਵਾਬ ਦੀ ਰਾਜਧਾਨੀ ਆਰਕੋਟ ਦੀ ਘੇਰਾਬੰਦੀ ਤੋਂ ਛੁਟਕਾਰਾ ਪਾਉਣ ਲਈ ਮਾਰਚ ਕੀਤਾ। ਇਸ ਜਿੱਤ ਨੇ ਪਹਿਲੀ ਵਾਰ ਇਹ ਪ੍ਰਭਾਵ ਦਿੱਤਾ ਕਿ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਇੱਕ ਸਫਲ ਫੌਜੀ ਮੁਹਿੰਮ ਵੀ ਚਲਾ ਸਕਦੀ ਹੈ। ਕਲਾਈਵ ਦੀ ਸਭ ਤੋਂ ਵੱਡੀ ਸਫਲਤਾ 1752 ਵਿੱਚ ਆਈ, ਜਦੋਂ ਉਹਨਾਂ ਨੇ ਮਦਰਾਸ ਤੇ ਹੋਣ ਵਾਲੇ ਹਮਲੇ ਨੂੰ ਨਾਕਾਮ ਕਰ ਦਿੱਤਾ। ਉਹਨਾਂ ਨੇ ਅਤੇ ਸਟਿੰਗਰ ਲਾਰੈਂਸ ਨੇ ਨਵਾਬ ਮੁਹੰਮਦ ਅਲੀ ਨੂੰ ਹਰਾਇਆ ਅਤੇ ਆਰਕੋਟ ਅਤੇ ਤਿਰੂਚਾਪੱਲੀ ਤੇ ਕਬਜ਼ਾ ਕਰ ਲਿਆ। 13 ਜੂਨ 1752 ਨੂੰ ਫ੍ਰਾਂਸੀਸੀ ਕਮਾਂਡਰ ਨੇ ਕਲਾਈਵ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਸਫਲਤਾ ਲਈ ਕਲਾਈਵ ਨੂੰ ਨਾ ਸਿਰਫ ਕੁਆਟਰ ਮਾਸਟਰ ਦਾ ਅਹੁਦਾ ਦਿੱਤਾ ਗਿਆ, ਸਗੋਂ 40,000 ਪਾਉਂਡ ਦਾ ਇਨਾਮ ਵੀ ਦਿੱਤਾ ਗਿਆ। 23 ਮਾਰਚ 1753 ਨੂੰ ਕਲਾਈਵ ਅਤੇ ਉਹਨਾਂ ਦੀ ਪਤਨੀ ਬੰਬੇ ਕੈਸਲ ਜਹਾਜ਼ ਤੇ ਇੰਗਲੈਂਡ ਲਈ ਰਵਾਨਾ ਹੋਏ। ਉਹਨਾਂ ਨੇ ਬ੍ਰਿਟਿਸ਼ ਸੰਸਦ ਮੈਂਬਰ ਬਣਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਭਰ ਨਹੀਂ ਸਕੇ। ਫ੍ਰਾਂਸੀਸੀ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਹ ਇੱਕ ਵਾਰ ਫਿਰ ਭਾਰਤ ਬੁਲਾਏ ਗਏ। ਜਦੋਂ ਬੰਗਾਲ ਦੇ ਨਵਾਬ ਸਿਰਾਜੁਦੋਲਾ ਨੇ 1756 ਵਿੱਚ ਕਲਕੱਤਾ ਵਿੱਚ ਫੋਰਟ ਵਿਲੀਅਮਸ ਤੇ ਕਬਜ਼ਾ ਕਰ ਲਿਆ, ਤਾਂ ਇਹ ਖਬਰ 16 ਅਗਸਤ ਨੂੰ ਮਦਰਾਸ ਪਹੁੰਚੀ। ਉਸ ਸਮੇਂ ਰਾਬਰਟ ਕਲਾਈਵ ਐਡਮਿਰਲ ਵਾਟਸਨ ਦੇ ਜਹਾਜ਼ਾਂ ਦੇ ਬੇੜੇ ਨਾਲ ਕੋਰੋਮੰਡਲ ਤੱਟ ਤੇ ਪਹੁੰਚੇ। ਉਹ ਇੱਕ ਸੰਭਾਵੀ ਫ੍ਰਾਂਸੀਸੀ ਹਮਲੇ ਦਾ ਮੁਕਾਬਲਾ ਕਰਨ ਲਈ ਤਿਆਰ ਸਨ। ਫਿਰ 3 ਜਨਵਰੀ ਨੂੰ ਕਲਾਈਵ ਨੇ ਸਿਰਾਜੁਦੋਲਾ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਇਹ ਪਹਿਲਾ ਮੌਕਾ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਕਿਸੇ ਭਾਰਤੀ ਰਾਜੇ ਵਿਰੁੱਧ ਰਸਮੀ ਤੌਰ ਤੇ ਜੰਗ ਦਾ ਐਲਾਨ ਕੀਤਾ ਸੀ। ਉਹਨਾਂ ਨੇ ਪਹਿਲਾਂ ਹੁਗਲੀ ਦੇ ਘਾਟਾਂ ਨੂੰ ਲੁੱਟਿਆ ਅਤੇ ਫਿਰ ਫੋਰਟ ਵਿਲੀਅਮ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। ਸਿਰਾਜੁਦੋਲਾ ਨੇ ਆਪਣਾ ਸ਼ਾਂਤੀ ਦੂਤ ਕਲਾਈਵ ਕੋਲ ਭੇਜਿਆ। 9 ਫਰਵਰੀ ਨੂੰ ਅਲੀਨਗਰ ਸੰਧੀ ਤੇ ਦਸਤਖਤ ਕੀਤੇ ਗਏ, ਜਿਸ ਨੇ ਕੰਪਨੀ ਦੇ ਪੁਰਾਣੇ ਅਧਿਕਾਰਾਂ ਨੂੰ ਬਹਾਲ ਕਰ ਦਿੱਤਾ। ਅਗਲੇ ਦਿਨ ਸਿਰਾਜੁਦੋਲਾ ਮੁਰਸ਼ਿਦਾਬਾਦ ਵਾਪਸ ਆ ਗਏ, ਪਰ 13 ਜੂਨ ਨੂੰ ਕਲਾਈਵ ਨੇ ਸਿਰਾਜੁਦੋਲਾ ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਕਿ ਉਸਨੇ ਅਲੀਨਗਰ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸੇ ਦਿਨ ਕਲਾਈਵ ਨੇ 800 ਬ੍ਰਿਟਿਸ਼ ਅਤੇ 2200 ਦੱਖਣੀ ਭਾਰਤੀ ਫੌਜੀਆਂ ਦੇ ਨਾਲ ਪਲਾਸੀ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਲੜਾਈ ਦਾ ਵਰਣਨ ਕਰਦੇ ਹੋਏ ਗੁਲਾਮ ਹੁਸੈਨ ਖਾਨ ਆਪਣੀ ਕਿਤਾਬ ਸੈਰ ਮੁਤਾਖਰੀਨ ਵਿੱਚ ਲਿਖਦੇ ਹਨ, ਤੋਪਾਂ ਦੇ ਗੋਲੇ ਚਲਾਉਣ ਵਿੱਚ ਬ੍ਰਿਟਿਸ਼ ਸੈਨਿਕਾਂ ਦਾ ਕੋਈ ਮੁਕਾਬਲਾ ਨਹੀਂ ਸੀ। ਉਹਨਾਂ ਕੋਲ ਅਨੁਸ਼ਾਸਨ ਦੇ ਨਾਲ ਗਤੀ ਵੀ ਸੀ। ਉਹਨਾਂ ਨੇ ਗੋਲੇ ਅਤੇ ਗੋਲੀਆਂ ਦੀ ਇੰਨੀ ਭਾਰੀ ਬੰਬਾਰੀ ਕੀਤੀ ਕਿ ਸਿਰਾਜ ਦੇ ਸਿਪਾਹੀ ਉੱਥੇ ਖੜੇ ਹੈਰਾਨੀ ਨਾਲ ਵੇਖਦੇ ਰਹੇ। ਤੋਪਾਂ ਦੀ ਆਵਾਜ਼ ਨਾਲ ਉਹਨਾਂ ਦੇ ਕੰਨ ਫਟ ਗਏ। ਸਿਰਾਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ। ਮਾਰੇ ਗਏ ਸਿਪਾਹੀਆਂ ਵਿੱਚ ਸਿਰਾਜ ਦੇ ਸੈਨਾਪਤੀ ਮੀਰ ਮਦਨ ਵੀ ਸਨ। ਉਹ ਆਪਣੇ ਸਿਪਾਹੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਹੇ ਸੀ, ਜਦੋਂ ਇੱਕ ਗੋਲੀ ਉਹਨਾਂ ਦੇ ਪੇਟ ਵਿੱਚ ਲੱਗੀ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਦ੍ਰਿਸ਼ ਦੇਖ ਕੇ ਸਿਰਾਜੁਦੋਲਾ ਦੀ ਫੌਜ ਵਿੱਚ ਨਿਰਾਸ਼ਾ ਫੈਲ ਗਈ। ਉਹ ਮੀਰ ਮਦਨ ਦੀ ਲਾਸ਼ ਨੂੰ ਲੈ ਕੇ ਤੰਬੂਆਂ ਵਿੱਚ ਦਾਖਲ ਹੋਏ। ਦੁਪਹਿਰ ਤੱਕ ਉਹ ਤੰਬੂ ਛੱਡ ਕੇ ਉੱਥੋਂ ਭੱਜਣ ਲੱਗ ਪਏ। ਕਲਾਈਵ ਨੇ ਸਿਰਾਜ ਦਾ ਪਿੱਛਾ ਕੀਤਾ। ਉਸ ਸਮੇਂ ਕਲਾਈਵ ਦਾ ਡਿਪਟੀ ਮੇਜਰ ਕਿਲਪੈਟਰਿਕ ਅੱਗੇ ਵਧਿਆ ਅਤੇ ਉਹਨਾਂ ਥਾਵਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਜੋ ਸਿਰਾਜ ਦੇ ਸਿਪਾਹੀਆਂ ਨੇ ਛੱਡ ਦਿੱਤੀਆਂ ਸਨ। ਸਿਰਾਜ ਦੀ ਫੌਜ ਜੰਗ ਦੇ ਮੈਦਾਨ ਤੋਂ ਚਲੀ ਗਈ। ਸ਼ੁਰੂ ਵਿੱਚ ਤਾਂ ਇੰਜ ਲੱਗ ਰਿਹਾ ਸੀ ਕਿ ਉਹ ਪਿੱਛੇ ਹਟ ਰਹੇ ਹਨ, ਪਰ ਕੁਝ ਦੇਰ ਬਾਅਦ ਭਗਦੜ ਮਚ ਗਈ ਤੇ ਇਸ ਤਰ੍ਹਾਂ ਕਲਾਈਵ ਦੀ ਜਿੱਤ ਹੋਈ। ਪਲਾਸੀ ਦੀ ਜਿੱਤ ਦੇ ਨਾਲ ਈਸਟ ਇੰਡੀਆ ਕੰਪਨੀ ਇੱਕ ਵੱਡੀ ਫੌਜੀ ਸ਼ਕਤੀ ਵਜੋਂ ਉਭਰੀ ਅਤੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੀ ਨੀਂਹ ਰੱਖੀ। ਕਲਾਈਵ ਨੇ 27 ਜੂਨ 1757 ਨੂੰ ਮੁਰਸ਼ਿਦਾਬਾਦ ਵਿੱਚ ਦਾਖਲ ਹੋਣਾ ਸੀ, ਪਰ ਉਹਨਾਂ ਨੂੰ ਜਗਤ ਸੇਠ ਨੇ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਨੂੰ ਉੱਥੇ ਕਤਲ ਕੀਤਾ ਜਾ ਸਕਦਾ ਹੈ। ਇਸ ਲਈ ਕਲਾਈਵ 29 ਜੂਨ ਨੂੰ ਉੱਥੇ ਪਹੁੰਚੇ। ਮੀਰ ਜਾਫਰ ਨੇ ਕਲਾਈਵ ਨੂੰ ਖੁਦ ਗੱਦੀ ਤੇ ਬਿਠਾਇਆ। ਦੂਜੇ ਪਾਸੇ ਕਲਾਈਵ ਨੇ ਜਨਤਕ ਤੌਰ ਤੇ ਕਿਹਾ ਕਿ ਕੰਪਨੀ ਉਹਨਾਂ ਦੇ ਪ੍ਰਸ਼ਾਸਨ ਵਿੱਚ ਦਖਲ ਨਹੀਂ ਦੇਵੇਗੀ ਅਤੇ ਸਿਰਫ ਕਾਰੋਬਾਰ ਤੇ ਧਿਆਨ ਕੇਂਦਰਿਤ ਕਰੇਗੀ। ਵਿਲੀਅਮ ਡੈਰਿੰਪਲ ਲਿਖਦੇ ਹਨ, ਕਲਾਈਵ ਨੂੰ ਇਸ ਮੁਹਿੰਮ ਵਿੱਚ ਨਿੱਜੀ ਤੌਰ ਉੱਤੇ 2,34,000 ਪਾਉਂਡ ਦਾ ਇਨਾਮ ਮਿਲਿਆ। ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਜਾਗੀਰ ਵੀ ਦਿੱਤੀ ਗਈ ਸੀ, ਜਿਸ ਤੋਂ ਸਾਲਾਨਾ 27,000 ਪਾਉਂਡ ਦੀ ਆਮਦਨ ਹੁੰਦੀ ਸੀ। 33 ਸਾਲ ਦੀ ਉਮਰ ਵਿੱਚ ਕਲਾਈਵ ਅਚਾਨਕ ਯੂਰਪ ਦੇ ਸਭ ਤੋਂ ਅਮੀਰ ਆਦਮੀ ਬਣ ਗਏ। ਜਦੋਂ ਕਲਾਈਵ ਇੰਗਲੈਂਡ ਪਹੁੰਚੇ ਤਾਂ ਉਹਨਾਂ ਦਾ ਸਵਾਗਤ ਇੱਕ ਨਾਇਕ ਵਜੋਂ ਕੀਤਾ ਗਿਆ। 1761 ਵਿੱਚ ਕਲਾਈਵ ਨੇ ਸ਼੍ਰੇਸਬਰੀ ਤੋਂ ਸੰਸਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 2 ਸਾਲ ਬਾਅਦ ਉਹਨਾਂ ਨੂੰ ਨਾਈਟ ਦੀ ਉਪਾਧੀ ਵੀ ਦਿੱਤੀ ਗਈ। ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਬੇਨਤੀ ਤੇ ਕਲਾਈਵ ਨੂੰ ਇੱਕ ਵਾਰ ਫਿਰ ਕਲਕੱਤਾ ਦੇ ਗਵਰਨਰ ਅਤੇ ਇਸ ਦੀਆਂ ਫੌਜਾਂ ਦੇ ਕਮਾਂਡਰ ਵਜੋਂ ਭੇਜਿਆ ਗਿਆ। 1767 ਵਿੱਚ ਕਲਾਈਵ ਭਾਰਤ ਛੱਡ ਕੇ ਇੱਕ ਵਾਰ ਫਿਰ ਇੰਗਲੈਂਡ ਚਲੇ ਗਏ। ਉੱਥੇ 1773 ਵਿੱਚ ਹਾਊਸ ਆਫ ਕਾਮਨਸ ਦੁਆਰਾ ਉਹਨਾਂ ਦੇ ਵਿਰੁੱਧ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਗਈ। ਕਲਾਈਵ 2 ਘੰਟੇ ਤੱਕ ਆਪਣਾ ਬਚਾਅ ਕਰਦੇ ਰਹੇ। ਉੱਥੇ ਕਲਾਈਵ ਨੇ ਆਪਣੇ ਭਾਸ਼ਣ ਵਿੱਚ ਆਪਣੇ ਆਪ ਨਾਲ ਮਾਮੂਲੀ ਚੋਰ ਵਰਗਾ ਵਿਵਹਾਰ ਕੀਤੇ ਜਾਣ ਤੇ ਸਖਤ ਇਤਰਾਜ਼ ਪ੍ਰਗਟ ਕੀਤਾ। ਅੰਤ ਵਿੱਚ ਉਹਨਾਂ ਨੇ ਮਸ਼ਹੂਰ ਪੰਚਲਾਈਨ ਕਹੀ, ਤੁਸੀਂ ਮੇਰੀ ਦੌਲਤ ਲੈ ਸਕਦੇ ਹੋ, ਪਰ ਮੇਰੀ ਇੱਜ਼ਤ ਤਾਂ ਬਖਸ਼ ਦਿਓ। ਜਦੋਂ ਉਹ ਕਮਰੇ ਤੋਂ ਬਾਹਰ ਆਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਸਾਰੀ ਰਾਤ ਚੱਲੀ ਕਾਰਵਾਈ ਤੋਂ ਬਾਅਦ ਕਲਾਈਵ ਵਿਰੁੱਧ ਸਾਰੇ ਦੋਸ਼ ਵਾਪਸ ਲੈ ਲਏ ਗਏ। ਉਹਨਾਂ ਦੇ ਹੱਕ ਵਿੱਚ 155 ਵੋਟਾਂ ਪਈਆਂ, ਜਦਕਿ 95 ਮੈਂਬਰਾਂ ਨੇ ਉਹਨਾਂ ਦੇ ਵਿਰੁੱਧ ਵੋਟ ਪਾਈ। ਇਸ ਜਾਂਚ ਵਿੱਚ ਕਲਾਈਵ ਨੂੰ ਬਰੀ ਕਰ ਦਿੱਤਾ ਗਿਆ, ਪਰ ਉਹਨਾਂ ਨੂੰ ਮਾਨਸਿਕ ਸ਼ਾਂਤੀ ਨਹੀਂ ਮਿਲੀ। ਉਹਨਾਂ ਕੋਲ ਆਪਣੀ ਦੌਲਤ ਦਾ ਆਨੰਦ ਮਾਣਨ ਲਈ ਜ਼ਿਆਦਾ ਵਕਤ ਨਹੀਂ ਬਚਿਆ ਸੀ। ਉਹਨਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਗਈ ਅਤੇ ਜਿਵੇਂ-ਜਿਵੇਂ ਈਸਟ ਇੰਡੀਆ ਕੰਪਨੀ ਦੇ ਮਾੜੇ ਕੰਮਾਂ ਦੀ ਖਬਰ ਇੰਗਲੈਂਡ ਪਹੁੰਚੀ, ਉੱਥੋਂ ਦੀ ਜਨਤਾ ਦੀ ਰਾਏ ਉਹਨਾਂ ਦੇ ਵਿਰੁੱਧ ਹੋਣ ਲੱਗੀ। 22 ਨਵੰਬਰ 1774 ਨੂੰ ਰਾਬਰਟ ਕਲਾਈਵ ਨੇ ਸਿਰਫ 49 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰ ਲਈ। ਉਹਨਾਂ ਨੂੰ ਰਾਤ ਦੇ ਹਨੇਰੇ ਵਿੱਚ ਇੱਕ ਕਬਰ ਵਿੱਚ ਗੁਪਤ ਤਰੀਕੇ ਨਾਲ ਦਫਨਾਇਆ ਗਿਆ ਸੀ। ਉਹਨਾਂ ਦੀ ਕਬਰ ਤੇ ਕੋਈ ਸ਼ਿਲਾਲੇਖ ਵੀ ਨਹੀਂ ਲਗਾਇਆ ਗਿਆ।